ਮੇਰਾ ਨਾਮ ਮੀਨਾ ਹੈ। ਮੈਂ ਬਚਪਨ ਤੋਂ ਇਕੱਲੇ ਰਹਿਣ ਵਾਲੀ ਕੁੜੀ ਸੀ। ਮੇਰੇ ਪਾਪਾ ਸ਼ਰਾਬੀ ਸਨ, ਇਸ ਲਈ ਮੇਰੀ ਮਾਂ ਉਹਨਾਂ ਤੋਂ ਬਹੁਤ ਪਰੇਸ਼ਾਨ ਸੀ। ਜਦੋਂ ਮੈਂ 4 ਸਾਲ ਦੀ ਸੀ, ਉਦੋਂ ਮੇਰੀ ਮਾਂ ਮੈਨੂੰ ਛੱਡ ਕੇ ਚਲੀ ਗਈ। ਮਾਂ ਦੇ ਜਾਣ ਤੋਂ ਬਾਅਦ ਪਾਪਾ ਹੋਰ ਸ਼ਰਾਬ ਪੀਣ ਲੱਗੇ ਤੇ ਇੱਕ ਦਿਨ ਉਹ ਵੀ ਦੁਨੀਆ ਤੋਂ ਚਲੇ ਗਏ। ਮੈਨੂੰ ਮੇਰੇ ਦਾਦਾ ਦਾਦੀ ਨੇ ਪੜ੍ਹਾਇਆ ਲਿਖਾਇਆ। ਜਦੋਂ ਮੈਂ 20 ਸਾਲ ਦੀ ਹੋਈ ਤਾਂ ਮੇਰੇ ਦਾਦਾ ਦਾਦੀ ਨੇ ਮੇਰਾ ਵਿਆਹ ਕਰ ਦਿੱਤਾ। ਮੈਂ ਆਪਣੇ ਪਤੀ ਪਵਨ ਨਾਲ ਵੱਡੇ ਪਰਿਵਾਰ ਵਿੱਚ ਰਹਿੰਦੀ ਸੀ। ਮੈਨੂੰ ਇੰਨੇ ਲੋਕਾਂ ਦੀ ਜੀ ਹਜ਼ੂਰੀ ਕਰਨ ਦੀ ਆਦਤ ਨਹੀਂ ਸੀ। ਸਵੇਰੇ ਉੱਠ ਕੇ ਸੱਸ ਸਹੁਰੇ ਨੂੰ ਚਾਹ ਦੇਣੀ ਪੈਂਦੀ ਸੀ, ਸਾਰਿਆਂ ਲਈ ਨਾਸ਼ਤਾ ਬਣਾਉਣਾ ਪੈਂਦਾ ਸੀ। ਇਹ ਸਭ ਮੇਰੇ ਵੱਸ ਦੀ ਗੱਲ ਨਹੀਂ ਸੀ। ਇਸ ਲਈ ਪਵਨ ਦੇ ਛੋਟੇ ਭਰਾ ਦਾ ਵਿਆਹ ਹੁੰਦੇ ਹੀ ਪਵਨ ਨੂੰ ਅਲੱਗ ਰਹਿਣ ਦੀ ਜ਼ਿੱਦ ਕੀਤੀ। ਇਸ ਲਈ ਉਸਨੇ ਸ਼ਹਿਰ ਵਿੱਚ ਇੱਕ ਮਕਾਨ ਲਿਆ। ਮੈਨੂੰ ਲੈ ਕੇ ਸ਼ਹਿਰ ਆ ਗਿਆ। ਮਕਾਨ 2 ਮੰਜ਼ਿਲਾ ਸੀ। ਥੱਲੇ ਮੈਂ ਤੇ ਪਵਨ ਰਹਿੰਦੇ ਸੀ। ਉੱਪਰ ਵਾਲੀ ਫਲੋਰ ਲਈ ਪਵਨ ਕੋਈ ਕਿਰਾਏਦਾਰ ਲੱਭਣ ਲੱਗਿਆ। ਕੁਝ ਹੀ ਸਮੇਂ ਵਿੱਚ ਪਵਨ ਨੇ ਉੱਪਰ ਵਾਲਾ ਰੂਮ ਇੱਕ ਸਟੂਡੈਂਟ ਨੂੰ ਕਿਰਾਏ 'ਤੇ ਦੇ ਦਿੱਤਾ। ਸਮੀਰ ਮੇਰੇ ਘਰ ਕਿਰਾਏ 'ਤੇ ਰਹਿਣ ਆਇਆ ਸੀ। ਉਹ ਦਿਨ ਭਰ ਕਮਰੇ ਵਿੱਚ ਰਹਿ ਕੇ ਆਪਣੇ ਪੇਪਰਾਂ ਦੀ ਤਿਆਰੀ ਕਰਦਾ ਸੀ। ਪਵਨ ਦੇ ਕੰਮ 'ਤੇ ਜਾਣ ਤੋਂ ਬਾਅਦ ਮੈਂ ਘਰ ਵਿੱਚ ਇਕੱਲੀ ਬੋਰ ਹੋ ਜਾਂਦੀ ਸੀ। ਇਸ ਲਈ ਮੈਂ ਸਮੀਰ ਦੇ ਕਮਰੇ ਵਿੱਚ ਚਲੀ ਜਾਂਦੀ। ਮੈਨੂੰ ਵੀ ਪੜ੍ਹਨ ਦਾ ਸ਼ੌਂਕ ਸੀ, ਇਸ ਲਈ ਪੜ੍ਹਨ ਦੇ ਬਹਾਨੇ ਮੈਂ ਉਸਦੇ ਕਮਰੇ ਵਿੱਚ ਚਲੀ ਜਾਂਦੀ ਸੀ। ਮੇਰਾ ਦਿਨ ਵੀ ਵਧੀਆ ਲੰਘ ਜਾਂਦਾ ਸੀ। ਮੈਨੂੰ ਪਤਾ ਹੀ ਨਹੀਂ ਚੱਲਿਆ ਕਦੋਂ ਮੈਂ ਤੇ ਸਮੀਰ ਇੱਕ ਦੂਜੇ ਨੂੰ ਪਿਆਰ ਕਰਨ ਲੱਗੇ। ਮੈਂ ਆਪਣੇ ਪਤੀ ਪਵਨ ਤੋਂ ਦੂਰ ਹੋ ਚੁੱਕੀ ਸੀ। ਉਹ ਸਿਰਫ ਨਾਂ ਦਾ ਹੀ ਮੇਰਾ ਪਤੀ ਰਹਿ ਗਿਆ ਸੀ। ਮੈਂ ਹੁਣ ਪੂਰੀ ਤਰ੍ਹਾਂ ਸਮੀਰ ਦੀ ਹੋ ਜਾਣਾ ਚਾਹੁੰਦੀ ਸੀ। ਇੱਕ ਦਿਨ ਸਮੀਰ ਨੇ ਮੈਨੂੰ ਕਿਹਾ ਕਿ ਚੱਲ ਆਪਾਂ ਦੋਨੋਂ ਇੱਥੋਂ ਭੱਜ ਚੱਲਦੇ ਹਾਂ। ਮੈਂ ਉਸਦੀਆਂ ਗੱਲਾਂ ਵਿੱਚ ਆ ਗਈ ਤੇ ਆਪਣੇ ਕੀਮਤੀ ਗਹਿਣੇ ਘਰੋਂ ਲੈ ਕੇ ਉਸ ਨਾਲ ਦੂਜੇ ਸ਼ਹਿਰ ਭੱਜ ਗਈ। ਮੇਰੇ ਨਾਲ ਕੁਝ ਦਿਨ ਰਹਿਣ ਤੋਂ ਬਾਅਦ ਉਸਨੇ ਮੈਨੂੰ ਇੱਕ ਦਲਾਲ ਔਰਤ ਨੂੰ ਵੇਚ ਦਿੱਤਾ ਤੇ ਮੇਰੇ ਸਾਰੇ ਗਹਿਣੇ ਲੈ ਕੇ ਫਰਾਰ ਹੋ ਗਿਆ। ਉਸ ਔਰਤ ਦਾ ਨਾਂ ਕਮਲਾ ਸੀ। ਉਸਨੇ ਮੈਨੂੰ ਜਿਸਮ ਫਰੋਸ਼ੀ ਦੀ ਦਲਦਲ ਵਿੱਚ ਧੱਕ ਦਿੱਤਾ। ਆਪਣੀ ਗਲਤੀ ਕਰਕੇ ਮੈਂ ਇਹ ਸਭ ਭੁਗਤ ਰਹੀ ਸੀ, ਪਰ ਇਸ ਧੰਦੇ ਨੂੰ ਮੈਂ ਆਪਣੀ ਕਿਸਮਤ ਮੰਨ ਲਿਆ ਸੀ, ਕਿਉਂਕਿ ਮੇਰੇ ਵਾਪਸ ਜਾਣ ਦੇ ਸਾਰੇ ਰਸਤੇ ਬੰਦ ਹੋ ਚੁੱਕੇ ਸਨ। ਪਰ ਕਮਲਾ ਬੁਰੀ ਔਰਤ ਨਹੀਂ ਸੀ। 2 ਸਾਲ ਬਾਅਦ ਹੀ ਉਸਨੇ ਮੈਨੂੰ ਕਿਹਾ ਕਿ ਜੇ ਤੂੰ ਆਪਣਾ ਘਰ ਵਸਾਉਣਾ ਚਾਹੇਂ ਤਾਂ ਮੈਂ ਤੇਰੀ ਪੂਰੀ ਮਦਦ ਕਰਾਂਗੀ। ਪਰ ਮੈਂ ਤਾਂ ਆਪਣਾ ਵਸਿਆ ਵਸਾਇਆ ਘਰ ਉਜਾੜ ਕੇ ਆਈ ਸੀ। ਹੁਣ ਨਵਾਂ ਘਰ ਵਸਾਉਣ ਦਾ ਮੇਰਾ ਕੋਈ ਇਰਾਦਾ ਨਹੀਂ ਸੀ। ਸਮਾਂ ਬੀਤਦਾ ਗਿਆ। ਮੇਰੀ ਮਾਲਕਿਨ ਕਮਲਾ ਦੀ ਮੌਤ ਹੋ ਗਈ। ਉਸਦਾ ਆਪਣਾ ਕੋਈ ਪਰਿਵਾਰ ਨਹੀਂ ਸੀ। ਉਸਦੇ ਮਰਨ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਉਸਨੇ ਆਪਣੀ ਸਾਰੀ ਸੰਪત્ਤੀ ਮੇਰੇ ਨਾਮ ਕਰ ਦਿੱਤੀ ਹੈ। ਮੈਂ ਇਹ ਜਾਣ ਕੇ ਬੇਹੱਦ ਹੈਰਾਨ ਹੋਈ, ਕਿਉਂਕਿ ਉੱਥੇ ਰੇਨੂ ਨਾਮ ਦੀ ਇੱਕ ਕੁੜੀ ਸੀ ਜੋ ਮੇਰੇ ਤੋਂ ਵੀ ਪਹਿਲਾਂ ਉੱਥੇ ਰਹਿੰਦੀ ਸੀ। ਪਰ ਕਮਲਾ ਨੇ ਉਸਨੂੰ ਕੁਝ ਨਾ ਦਿੱਤਾ। ਰੇਨੂ ਨੂੰ ਵੀ ਦੌਲਤ ਦਾ ਕੋਈ ਲਾਲਚ ਨਹੀਂ ਸੀ। ਉਸਨੂੰ ਮੇਰੀ ਮਾਲਕਣ ਬਣਨ ਤੋਂ ਕੋਈ ਪਰੇਸ਼ਾਨੀ ਨਹੀਂ ਸੀ। ਇੰਨੇ ਸਾਲਾਂ ਵਿੱਚ ਕਮਲਾ ਨਾਲ ਰਹਿਣ ਤੋਂ ਬਾਅਦ ਮੈਂ ਇਹ ਧੰਦਾ ਪੂਰੀ ਤਰ੍ਹਾਂ ਸਿੱਖ ਚੁੱਕੀ ਸੀ। ਮੈਂ ਇੰਨੇ ਸਾਲਾਂ ਵਿੱਚ ਮਰਦਾਂ ਦੀ ਹਕੀਕਤ ਚੰਗੀ ਤਰ੍ਹਾਂ ਜਾਣ ਚੁੱਕੀ ਸੀ। ਵਫਾਦਾਰੀ ਤੇ ਇਮਾਨਦਾਰੀ ਦੀਆਂ ਗੱਲਾਂ ਕਰਨ ਵਾਲੇ ਮਰਦ ਮੇਰੀ ਦਹਿਲੀਜ਼ 'ਤੇ ਵਫਾ ਤੇ ਈਮਾਨ ਦੋਨੋਂ ਵੇਚ ਕੇ ਜਾਂਦੇ ਸਨ। ਮੈਨੂੰ ਤਾਂ ਮਰਦ ਜਾਤ ਤੋਂ ਨਫ਼ਰਤ ਹੋ ਗਈ ਸੀ। ਇੱਥੇ ਹਰ ਮਰਦ ਹੀ ਕਿਸੇ ਨਾ ਕਿਸੇ ਨੂੰ ਧੋਖਾ ਦੇ ਰਿਹਾ ਸੀ। ਇੱਕ ਪਵਨ ਹੀ ਸੀ ਜਿਸ ਨੂੰ ਮੈਂ ਧੋਖਾ ਦਿੱਤਾ ਸੀ। ਜਦੋਂ ਮੈਂ ਪਵਨ ਬਾਰੇ ਸੋਚਦੀ ਤਾਂ ਪਰੇਸ਼ਾਨ ਹੋ ਜਾਂਦੀ ਸੀ ਕਿ ਉਸਦੀ ਕੀ ਗਲਤੀ ਸੀ। ਉਸਨੇ ਤਾਂ ਮੇਰੇ ਲਈ ਉਹ ਸਭ ਕੀਤਾ ਜੋ ਮੈਂ ਚਾਹਿਆ ਸੀ। ਮੇਰੇ ਲਈ ਉਸਨੇ ਆਪਣਾ ਪਰਿਵਾਰ ਵੀ ਛੱਡ ਦਿੱਤਾ ਸੀ, ਪਰ ਬਦਲੇ ਵਿੱਚ ਮੈਂ ਉਸ ਨਾਲ ਕੀ ਕੀਤਾ ਸੀ। ਮੈਨੂੰ ਪਵਨ ਦੀ ਬਹੁਤ ਯਾਦ ਆਉਣ ਲੱਗੀ ਸੀ, ਪਰ ਮੈਨੂੰ ਯਕੀਨ ਸੀ ਕਿ ਮੇਰੇ ਘਰੋਂ ਭੱਜਣ ਤੋਂ ਬਾਅਦ ਪਵਨ ਨੇ ਦੂਜਾ ਵਿਆਹ ਕਰਵਾ ਲਿਆ ਹੋਵੇਗਾ। ਮੈਂ ਇੰਨੇ ਸਾਲਾਂ ਵਿੱਚ ਪਵਨ ਦੀ ਕੋਈ ਖਬਰ ਨਹੀਂ ਲਈ। ਕਮਲਾ ਦੀ ਮੌਤ ਨੂੰ ਕੁਝ ਮਹੀਨੇ ਬੀਤ ਚੁੱਕੇ ਸਨ। ਮੇਰਾ ਧੰਦਾ ਪਹਿਲਾਂ ਨਾਲੋਂ ਵੀ ਚੰਗਾ ਚੱਲਣ ਲੱਗਾ ਸੀ। ਪੈਸੇ ਦੀ ਕੋਈ ਕਮੀ ਨਹੀਂ ਸੀ, ਪਰ ਮੈਨੂੰ ਪਵਨ ਦੀ ਯਾਦ ਸਤਾਉਣ ਲੱਗੀ ਸੀ। ਮੈਂ ਸੋਚ ਰਹੀ ਸੀ ਕਿ ਜੇ ਪਵਨ ਮੈਨੂੰ ਮਾफ़ ਕਰ ਦੇਵੇ ਤਾਂ ਮੈਂ ਇਹ ਕੰਮ ਹਮੇਸ਼ਾ ਲਈ ਛੱਡ ਦੇਵਾਂਗੀ। ਰੇਨੂ ਨੂੰ ਵੀ ਕੰਮ ਸੰਭਾਲਣ ਦੀ ਪੂਰੀ ਮੇਰੀ ਮਦਦ ਕਰਦੀ ਸੀ। ਰੇਨੂ ਦੀ ਕਹਾਣੀ ਵੀ ਮੇਰੇ ਵਰਗੀ ਸੀ। ਉਹ ਪਿਆਰ ਦੇ ਚੱਕਰ ਵਿੱਚ ਇਸ ਜਗ੍ਹਾ ਪਹੁੰਚੀ ਸੀ। ਮੈਂ ਪਵਨ ਕੋਲ ਆਪਣਾ ਵਾਪਸ ਜਾਣ ਦਾ ਫੈਸਲਾ ਕੀਤਾ, ਕਿਉਂਕਿ ਕੰਮ ਤਾਂ ਰੇਨੂ ਵੀ ਸੰਭਾਲ ਲੈਂਦੀ ਸੀ। ਮੈਂ ਸੋਚ ਰਹੀ ਸੀ ਕਿ ਮੈਂ ਪਵਨ ਦੇ ਪੈਰਾਂ 'ਤੇ ਡਿੱਗ ਕੇ ਉਸ ਤੋਂ ਮਾफ़ੀ ਮੰਗ ਲਵਾਂਗੀ, ਪਰ ਰੇਨੂ ਮੇਰੇ ਇਸ ਫੈਸਲੇ 'ਤੇ ਖੁਸ਼ ਨਹੀਂ ਸੀ। ਉਸਨੂੰ ਲੱਗਦਾ ਸੀ ਕਿ ਸਾਡੇ ਵਰਗੀਆਂ ਔਰਤਾਂ ਲਈ ਸਮਾਜ ਵਿੱਚ ਕੋਈ ਜਗ੍ਹਾ ਨਹੀਂ ਹੈ। ਮੇਰੀ ਅਸਲੀਅਤ ਜਾਣਨ ਤੋਂ ਬਾਅਦ ਪਵਨ ਮੈਨੂੰ ਕਦੇ ਨਹੀਂ ਅਪਣਾਵੇਗਾ। ਉਸਦੀ ਗੱਲ ਕਾਫੀ ਹੱਦ ਤੱਕ ਸਹੀ ਵੀ ਸੀ। ਮੈਂ ਜਾਣ ਦੀ ਤਿਆਰੀ ਕਰਨ ਲੱਗੀ ਸੀ। ਕਮਲਾ ਦੀ ਮੌਤ ਤੋਂ ਬਾਅਦ ਮੈਂ ਉਸਦੇ ਕਮਰੇ ਵਿੱਚ ਹੀ ਰਹਿਣ ਲੱਗੀ ਸੀ। ਮੈਂ ਉਸਦੇ ਨਿੱਜੀ ਸਮਾਨ ਨੂੰ ਕਦੇ ਹੱਥ ਨਹੀਂ ਲਾਇਆ ਸੀ। ਆਪਣਾ ਸਮਾਨ ਪੈਕ ਕਰਦੇ ਹੋਏ ਪਤਾ ਨਹੀਂ ਕੀ ਸੁੱਝਿਆ, ਮੈਂ ਉਸਦੀ ਅਲਮਾਰੀ ਫਰੋਲਣ ਲੱਗੀ। ਮੈਨੂੰ ਕਮਲਾ ਦੇ ਸਮਾਨ ਵਿੱਚੋਂ ਉਸਦੀ ਡਾਇਰੀ ਮਿਲੀ। ਮੈਂ ਸਭ ਕੰਮ ਛੱਡ ਕੇ ਉਸਦੀ ਡਾਇਰੀ ਪੜ੍ਹਨ ਲੱਗੀ। ਮੇਰੇ ਸਾਹਮਣੇ ਉਸਦੀ ਜ਼ਿੰਦਗੀ ਦੇ ਸਾਰੇ ਰਾਜ਼ ਖੁੱਲ੍ਹ ਗਏ। ਉਸਨੇ ਆਪਣੀ ਪੂਰੀ ਕਹਾਣੀ ਲਿਖੀ ਹੋਈ ਸੀ ਕਿ ਉਸਦਾ ਵਿਆਹ ਇੱਕ ਸ਼ਰਾਬੀ ਨਾਲ ਹੋਇਆ ਸੀ। ਉਸਦੀ ਇੱਕ ਬੇਟੀ ਵੀ ਸੀ, ਪਰ ਉਹ ਆਪਣੇ ਪਤੀ ਦੇ ਜ਼ੁਲਮਾਂ ਤੋਂ ਪਰੇਸ਼ਾਨ ਸੀ।
ਬੇਟੀ ਪੈਦਾ ਹੋਣ ਤੋਂ ਬਾਅਦ ਉਸਦੀ ਜ਼ਿੰਦਗੀ ਨਰਕ ਬਣ ਗਈ ਸੀ। ਉਸਦਾ ਪਤੀ ਰੋਜ਼ ਉਸਨੂੰ ਮਾਰਦਾ ਸੀ। ਇਸੇ ਦੌਰਾਨ ਉਸਨੂੰ ਆਪਣੇ ਗੁਆਂਢੀ ਨਾਲ ਪਿਆਰ ਹੋ ਗਿਆ। ਆਪਣੀ ਛੋਟੀ ਬੱਚੀ ਨੂੰ ਛੱਡ ਕੇ ਉਹ ਰਾਤੋਂ ਰਾਤ ਉਸ ਨਾਲ ਭੱਜ ਗਈ। ਉਸਨੇ ਸੋਚਿਆ ਸੀ ਕਿ ਸਭ ਠੀਕ ਹੋਣ ਤੋਂ ਬਾਅਦ ਆਪਣੀ ਬੇਟੀ ਨੂੰ ਵੀ ਆਪਣੇ ਕੋਲ ਲੈ ਜਾਵੇਗੀ, ਪਰ ਕਿਸਮਤ ਨੇ ਉਸਦਾ ਸਾਥ ਨਾ ਦਿੱਤਾ। ਸਾਲ ਭਰ ਦੇ ਅੰਦਰ ਹੀ ਉਸ ਗੁਆਂਢੀ ਦੀ ਮੌਤ ਹੋ ਗਈ। ਉਸਦੀ ਮੌਤ ਤੋਂ ਬਾਅਦ ਕਮਲਾ ਕੋਲ ਕੋਈ ਰਸਤਾ ਨਹੀਂ ਸੀ, ਇਸ ਲਈ ਉਹ ਇਸ ਧੰਦੇ ਦਾ ਹਿੱਸਾ ਬਣ ਗਈ। ਉਸ ਦਾ ਨਾਮ ਸੁਮਨ ਤੋਂ ਕਮਲਾ ਹੋ ਗਿਆ। ਉਹ ਹਮੇਸ਼ਾ ਆਪਣੀ ਬੇਟੀ ਬਾਰੇ ਸੋਚਦੀ ਰਹਿੰਦੀ ਤੇ ਰੋਂਦੀ ਰਹਿੰਦੀ। ਉਸਨੇ ਆਪਣੀ ਬੇਟੀ ਬਾਰੇ ਪਤਾ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਸਦੇ ਪਤੀ ਦੀ ਮੌਤ ਤੋਂ ਬਾਅਦ ਉਸਦੇ ਸੱਸ ਸਹੁਰਾ ਉਸਦੀ ਬੇਟੀ ਨੂੰ ਲੈ ਕੇ ਕਿਤੇ ਹੋਰ ਚਲੇ ਗਏ, ਇਸ ਲਈ ਉਹ ਕਦੇ ਉਸਨੂੰ ਲੱਭ ਨਾ ਪਾਈ। ਆਖਰੀ ਸਮੇਂ ਵਿੱਚ ਵੀ ਉਹ ਆਪਣੀ ਬੇਟੀ ਨੂੰ ਯਾਦ ਕਰਦੀ ਮਰ ਗਈ। ਕਮਲਾ ਦੀ ਡਾਇਰੀ ਪੜ੍ਹਦੇ ਪੜ੍ਹਦੇ ਮੇਰੀਆਂ ਅੱਖਾਂ ਭਰ ਆਈਆਂ, ਕਿਉਂਕਿ ਕਮਲਾ ਕੋਈ ਹੋਰ ਨਹੀਂ, ਮੇਰੀ ਸਕੀ ਮਾਂ ਸੀ ਜੋ ਮੈਨੂੰ ਬਚਪਨ ਵਿੱਚ ਛੱਡ ਕੇ ਚਲੀ ਗਈ ਸੀ। ਉਸਦੀ ਡਾਇਰੀ ਵਿੱਚ ਮੈਨੂੰ ਇੱਕ ਤਸਵੀਰ ਵੀ ਮਿਲੀ, ਜਿਸ ਵਿੱਚ ਮੈਂ ਆਪਣੀ ਮਾਂ ਦੀ ਗੋਦ ਵਿੱਚ ਬੈਠੀ ਹੋਈ ਸੀ। ਕਿਸਮਤ ਦਾ ਖੇਲ ਵੀ ਅਜੀਬ ਹੁੰਦਾ ਹੈ। ਜਿਸ ਬੇਟੀ ਦੀ ਤਲਾਸ਼ ਕਮਲਾ ਜ਼ਿੰਦਗੀ ਭਰ ਤੜਫਦੀ ਰਹੀ, ਉਹ ਬੇਟੀ ਖੁਦ ਹੀ ਉਸਦੇ ਕੋਲ ਆ ਗਈ, ਪਰ ਅਸੀਂ ਮਾਵਾਂ ਧੀਆਂ ਇੱਕ ਦੂਜੇ ਨੂੰ ਪਹਿਚਾਣ ਨਹੀਂ ਪਾਈਆਂ। ਕਾਸ਼ ਆਪਣੇ ਆਖਰੀ ਪਲਾਂ ਵਿੱਚ ਉਹ ਜਾਣ ਪਾਉਂਦੀ ਕਿ ਮੈਂ ਹੀ ਉਸਦੀ ਬੇਟੀ ਸੀ। ਸਵੇਰੇ 10 ਵਜੇ ਮੇਰੀ ਟ੍ਰੇਨ ਸੀ। ਮੈਂ ਰਾਤ ਭਰ ਇੱਕ ਪਲ ਵੀ ਨਾ ਸੁੱਤੀ, ਆਪਣੀ ਮਾਂ ਨੂੰ ਹੀ ਯਾਦ ਕਰਦੀ ਰਹੀ। ਸਵੇਰੇ ਮੈਂ ਰੇਨੂ ਨੂੰ ਸਭ ਕੁਝ ਦੱਸਿਆ ਤਾਂ ਉਸਦੀਆਂ ਵੀ ਅੱਖਾਂ ਭਰ ਆਈਆਂ। ਮੈਂ ਜਾਣ ਦੀ ਤਿਆਰੀ ਕੀਤੀ ਤੇ ਟ੍ਰੇਨ ਵਿੱਚ ਆਪਣੀ ਸੀਟ 'ਤੇ ਬੈਠੀ ਸੀ। ਅਚਾਨਕ ਮੇਰੇ ਸਾਹਮਣੇ ਇੱਕ ਆਦਮੀ ਗੁਜ਼ਰਿਆ। ਮੈਂ ਪਹਿਲੀ ਨਜ਼ਰ ਵਿੱਚ ਹੀ ਇਸ ਆਦਮੀ ਨੂੰ ਪਛਾਣ ਲਿਆ। ਇਹ ਤਾਂ ਸਮੀਰ ਸੀ। ਸਮੀਰ ਨੇ ਮੈਨੂੰ ਨਹੀਂ ਦੇਖਿਆ ਤੇ ਅੱਗੇ ਵਧ ਗਿਆ। ਇਹ ਉਹੀ ਆਦਮੀ ਸੀ ਜਿਸ ਦੀ ਵਜ੍ਹਾ ਕਰਕੇ ਮੈਂ ਆਪਣੇ ਪਤੀ ਪਵਨ ਨੂੰ ਧੋਖਾ ਦਿੱਤਾ ਸੀ। ਮੁਹੱਬਤ ਦੇ ਨਾਂ 'ਤੇ ਇਸ ਆਦਮੀ ਨੇ ਮੈਨੂੰ ਕੋਠੇ 'ਤੇ ਵੇਚਿਆ ਸੀ। ਮੇਰੀ ਕੀਮਤ ਵਸੂਲਣ ਤੋਂ ਇਲਾਵਾ ਉਹ ਮੇਰੇ ਗਹਿਣੇ ਲੈ ਕੇ ਫਰਾਰ ਹੋ ਗਿਆ ਸੀ। ਉਦੋਂ ਤਾਂ ਮੈਂ ਕੁਝ ਨਹੀਂ ਕਰ ਸਕਦੀ ਸੀ, ਪਰ ਹੁਣ ਮੈਂ ਉਸ ਤੋਂ ਆਪਣੀ ਜ਼ਿੰਦਗੀ ਦੀ ਤਬਾਹੀ ਦਾ ਬਦਲਾ ਲੈ ਸਕਦੀ ਸੀ। ਮੈਂ ਸੋਚਿਆ ਮੈਂ ਸਮੀਰ ਦਾ ਪਿੱਛਾ ਕਰਾਂਗੀ। ਸਮੀਰ ਉਸੇ ਸ਼ਹਿਰ ਹੀ ਉਤਰਿਆ ਜਿੱਥੇ ਮੈਂ ਜਾਣਾ ਸੀ। ਉਸ ਤੋਂ ਕੁਝ ਦੂਰੀ 'ਤੇ ਰਹਿ ਕੇ ਮੈਂ ਉਸਦਾ ਪਿੱਛਾ ਕਰਨ ਲੱਗੀ। ਉਹ ਇੱਕ ਬਿਲਡਿੰਗ ਦੇ ਅੰਦਰ ਚਲਿਆ ਗਿਆ। ਮੈਂ ਸਮਝ ਗਈ ਕਿ ਸਮੀਰ ਇੱਥੇ ਹੀ ਰਹਿੰਦਾ ਹੈ। ਉੱਥੋਂ ਵਾਪਸ ਆ ਗਈ, ਇੱਕ ਕਮਰਾ ਬੁੱਕ ਕਰ ਲਿਆ। ਹੁਣ ਮੈਂ ਤੈਅ ਨਹੀਂ ਕਰ ਪਾ ਰਹੀ ਸੀ ਕਿ ਪਹਿਲਾਂ ਪਵਨ ਦੇ ਘਰ ਜਾਵਾਂ ਜਾਂ ਸਮੀਰ ਦੇ। ਮੈਂ ਦੁਬਿਧਾ ਵਿੱਚ ਫਸ ਗਈ। ਫਿਰ ਮੈਂ ਰੇਨੂ ਨੂੰ ਫ਼ੋਨ ਕੀਤਾ ਤਾਂ ਉਸਨੂੰ ਸਾਰੀ ਗੱਲ ਦੱਸੀ ਤਾਂ ਉਹ ਕਹਿਣ ਲੱਗੀ ਕਿ ਬਦਲੇ ਦੀ ਅੱਗ ਵਿੱਚ ਜਲਣ ਨਾਲ ਕੁਝ ਹਾਸਿਲ ਨਹੀਂ ਹੋਣਾ, ਪਹਿਲਾਂ ਤੂੰ ਪਵਨ ਦੇ ਘਰ ਜਾ। ਰੇਨੂ ਦੀ ਗੱਲ ਮੰਨ ਕੇ ਮੈਂ ਪਵਨ ਦੇ ਘਰ ਵੱਲ ਚੱਲ ਪਈ। ਮੈਂ ਉੱਥੇ ਪਹੁੰਚੀ ਤਾਂ ਦੇਖਿਆ ਕਿ ਜ਼ਿਆਦਾ ਕੁਝ ਨਹੀਂ ਬਦਲਿਆ ਸੀ। ਮੈਂ ਦਰਵਾਜ਼ਾ ਖੜਕਾਇਆ ਤਾਂ ਸਾਹਮਣੇ ਮੇਰਾ ਦਿਓਰ ਖੜਾ ਸੀ। ਉਸਨੂੰ ਦੇਖ ਕੇ ਮੈਂ ਚੌਂਕ ਗਈ। ਉਸਨੇ ਮੈਨੂੰ ਪਛਾਣ ਲਿਆ ਸੀ ਤੇ ਬੋਲਿਆ ਕਿ ਸਭ ਕੁਝ ਬਰਬਾਦ ਕਰਕੇ ਹੁਣ ਇੱਥੇ ਕੀ ਲੈਣ ਆਈ ਹੈ। ਉਸਨੂੰ ਮੈਨੂੰ ਅੰਦਰ ਬੁਲਾਇਆ। ਮੈਂ ਉਸਨੂੰ ਪੁੱਛਿਆ ਕਿ ਪਵਨ ਕਿੱਥੇ ਹੈ, ਤਾਂ ਮੇਰੀ ਗੱਲ ਸੁਣ ਕੇ ਉਸਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸਦੀ ਪਤਨੀ ਵੀ ਮੈਨੂੰ ਬੁਰਾ ਭਲਾ ਕਹਿਣ ਲੱਗੀ ਤੇ ਬੋਲੀ ਕਿ ਤੇਰੇ ਕਰਕੇ ਪਵਨ ਨੇ ਪੱਖੇ ਨਾਲ ਲਟਕ ਕੇ ਜਾਨ ਦੇ ਦਿੱਤੀ। ਹੁਣ ਇੰਨੇ ਸਾਲਾਂ ਬਾਅਦ ਉਸਦੀ ਖਬਰ ਲੈਣ ਆਈ ਹੈ। ਹੁਣੇ ਚਲੀ ਜਾ ਇੱਥੋਂ, ਨਹੀਂ ਤਾਂ ਮੈਂ ਪੁਲਿਸ ਬੁਲਾ ਲਵਾਂਗੀ। ਬੇਸ਼ਰਮ ਔਰਤ। ਮੈਂ ਉੱਥੋਂ ਵਾਪਸ ਆ ਗਈ। ਦਿਨ ਭਰ ਰੋਂਦੀ ਰਹੀ। ਮੈਂ ਸਮਝ ਗਈ ਕਿ ਸਭ ਲਈ ਉਹ ਸਮੀਰ ਜ਼ਿੰਮੇਵਾਰ ਸੀ। ਉਸ ਕਰਕੇ ਮੈਂ ਪਵਨ ਨੂੰ ਖੋ ਦਿੱਤਾ ਸੀ। ਮੈਂ ਰੇਨੂ ਨੂੰ ਫ਼ੋਨ ਕਰਕੇ ਸਭ ਦੱਸ ਦਿੱਤਾ। ਉਹ ਵੀ ਹੁਣ ਮੈਨੂੰ ਸਮੀਰ ਤੋਂ ਬਦਲਾ ਲੈਣ ਲਈ ਕਹਿ ਰਹੀ ਸੀ। ਮੈਂ ਉਸਨੂੰ ਕਿਹਾ ਕਿ ਮੈਂ ਸਮੀਰ ਦੇ ਘਰ ਜਾ ਰਹੀ ਹਾਂ ਤਾਂ ਉਹ ਕਹਿਣ ਲੱਗੀ ਕਿ ਰਾਤ ਨੂੰ ਇਕੱਲੇ ਉਸਦੇ ਘਰ ਨਹੀਂ ਜਾਣਾ, ਠੀਕ ਨਹੀਂ ਹੈ। ਉਹ ਕਹਿਣ ਲੱਗੀ ਕਿ ਮੈਂ ਸਵੇਰ ਤੱਕ ਇੱਥੇ ਆ ਜਾਂਦੀ ਹਾਂ, ਸਵੇਰੇ ਦੋਨੋਂ ਹੀ ਉਸਦੇ ਘਰ ਚੱਲਾਂਗੇ। ਮੈਂ ਉਸਦੀ ਗੱਲ ਮੰਨ ਲਈ। ਸਵੇਰ ਹੋਣ ਦਾ ਇੰਤਜ਼ਾਰ ਕੀਤਾ। ਸਵੇਰੇ ਰੇਨੂ ਆ ਗਈ ਤੇ ਸਮੀਰ ਦੇ ਘਰ ਪਹੁੰਚ ਗਈਆਂ। ਦਰਵਾਜ਼ਾ ਖੜਕਾਇਆ ਤਾਂ ਸਮੀਰ ਨੇ ਦਰਵਾਜ਼ਾ ਖੋਲ੍ਹਿਆ। ਸਾਨੂੰ ਦੇਖ ਕੇ ਉਸਦੇ ਹੋਸ਼ ਉੱਡ ਗਏ। ਰੇਨੂ ਤੂੰ, ਇੰਨਾ ਕਹਿ ਕੇ ਉਸਨੇ ਰੇਨੂ ਨੂੰ ਗਲੇ ਲਗਾ ਲਿਆ। ਰੇਨੂ ਵੀ ਰੋਣ ਲੱਗੀ। ਮੈਂ ਹੈਰਾਨ ਸੀ ਕਿ ਰੇਨੂ ਤਾਂ ਮੇਰੇ ਨਾਲ ਸਮੀਰ ਤੋਂ ਬਦਲਾ ਲੈਣ ਆਈ ਸੀ। ਫਿਰ ਇਹ ਸਭ ਕੀ ਹੋ ਰਿਹਾ ਸੀ। ਫਿਰ ਸਮੀਰ ਮੇਰੇ ਪੈਰਾਂ 'ਤੇ ਡਿੱਗ ਕੇ ਮੈਥੋਂ ਮਾफ़ੀ ਮੰਗਣ ਲੱਗਾ। ਫਿਰ ਸੋਫੇ 'ਤੇ ਬੈਠ ਕੇ ਦੱਸਣ ਲੱਗਿਆ ਕਿ ਰੇਨੂ ਮੇਰੀ ਭੈਣ ਹੈ, ਜਿਸ ਨੂੰ ਤੇਰਾ ਪਤੀ ਪਵਨ ਪਿਆਰ ਦੇ ਜਾਲ ਵਿੱਚ ਫਸਾ ਕੇ ਭਜਾ ਕੇ ਲੈ ਗਿਆ ਸੀ, ਪਰ ਫਿਰ ਉਸਨੇ ਪਤਾ ਨਹੀਂ ਇਸ ਨੂੰ ਕਿੱਥੇ ਛੱਡ ਦਿੱਤਾ। ਤਾਂ ਰੇਨੂ ਨੇ ਕਿਹਾ ਕਿ ਉਸਨੇ ਮੈਨੂੰ ਵੇਚ ਦਿੱਤਾ ਸੀ। ਇਹ ਗੱਲ ਸੁਣ ਕੇ ਮੇਰੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ। ਫਿਰ ਸਮੀਰ ਕਹਿਣ ਲੱਗਿਆ ਕਿ ਮੇਰਾ ਅਸਲੀ ਨਾਮ ਅਮਨ ਹੈ, ਮੈਂ ਨਾਮ ਬਦਲ ਕੇ ਤੇਰੇ ਘਰ ਰਹਿਣ ਆਇਆ ਸੀ। ਮੈਂ ਪਵਨ ਤੋਂ ਬਦਲਾ ਲੈਣਾ ਚਾਹੁੰਦਾ ਸੀ। ਉਸਨੇ ਪਹਿਲਾਂ ਕਦੇ ਮੈਨੂੰ ਨਹੀਂ ਦੇਖਿਆ ਸੀ। ਮੈਂ ਤੇਰੇ ਨਾਲ ਉਸੇ ਤਰ੍ਹਾਂ ਕੀਤਾ ਜਿਵੇਂ ਪਵਨ ਨੇ ਰੇਨੂ ਨਾਲ ਕੀਤਾ ਸੀ। ਪਵਨ ਨੇ ਸਦਮਾ ਬਰਦਾਸ਼ਤ ਨਾ ਕੀਤਾ ਤੇ ਆਪਣੀ ਜਾਨ ਦੇ ਦਿੱਤੀ। ਇਸ ਤਰ੍ਹਾਂ ਮੇਰਾ ਬਦਲਾ ਪੂਰਾ ਹੋ ਗਿਆ। ਪਰ ਮੈਂ ਆਪਣੀ ਭੈਣ ਨੂੰ ਲੱਭਦਾ ਫਿਰਦਾ ਸੀ, ਪਰ ਇਹ ਮੈਨੂੰ ਇਸ ਤਰ੍ਹਾਂ ਮਿਲ ਜਾਵੇਗੀ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੈਂ ਆਪਣੀ ਖਾਤਰ ਤੇਰੀ ਜ਼ਿੰਦਗੀ ਨਾਲ ਖਿਲਵਾੜ ਕੀਤਾ। ਹੋ ਸਕੇ ਤਾਂ ਮੈਨੂੰ ਮਾफ़ ਕਰ ਦੇਵੀਂ। ਪਵਨ ਦੀ ਮੌਤ ਤੋਂ ਬਾਅਦ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ। ਮੈਂ ਤੈਨੂੰ ਉਸ ਔਰਤ ਕੋਲ ਵਾਪਸ ਲੈਣ ਲਈ ਕਿਹਾ, ਪਰ ਉਸਨੇ ਸਾਫ਼ ਮਨਾ ਕਰ ਦਿੱਤਾ। ਮੈਂ ਉਸਨੂੰ ਪੈਸੇ ਵੀ ਆਫਰ ਕੀਤੇ, ਪਰ ਉਹ ਨਾ ਮੰਨੀ। ਮੈਂ ਤੇਰੀ ਜ਼ਿੰਦਗੀ ਬਰਬਾਦ ਕੀਤੀ ਸੀ, ਇਸ ਲਈ ਮੈਂ ਵੀ ਵਿਆਹ ਨਹੀਂ ਕਰਵਾਇਆ। ਮੈਂ ਦੋਨਾਂ ਭੈਣ ਭਰਾਵਾਂ ਨੂੰ ਉੱਥੇ ਛੱਡ ਕੇ ਵਾਪਸ ਆ ਗਈ।
ਇਸ ਘਟਨਾ ਨੂੰ ਕਈ ਸਾਲ ਬੀਤ ਗਏ। ਰੇਨੂ ਦਾ ਵਿਆਹ ਅਮਨ ਨੇ ਆਪਣੇ ਦੋਸਤ ਨਾਲ ਕਰਵਾ ਦਿੱਤਾ। ਕੱਲ੍ਹ ਤੱਕ ਜੋ ਮੇਰੀ ਸਹੇਲੀ ਸੀ ਹੁਣ ਮੇਰੀ ਨਨਾਣ ਬਣ ਚੁੱਕੀ ਸੀ। ਮੈਂ ਸਮੀਰ ਮਤਲਬ ਅਮਨ ਦੀ ਪਤਨੀ ਬਣ ਕੇ ਬਹੁਤ ਖੁਸ਼ ਹਾਂ। ਔਰਤਾਂ ਦਾ ਸਭ ਤੋਂ ਵੱਧ ਸ਼ੋਸ਼ਣ ਭਰੋਸੇ ਦੇ ਨਾਮ 'ਤੇ ਹੀ ਹੁੰਦਾ ਹੈ। ਕਮਲਾ, ਮੀਨਾ ਤੇ ਰੇਨੂ ਤਿੰਨੋਂ ਹੀ ਭਰੋਸੇ ਦੇ ਨਾਮ 'ਤੇ ਕੋਠੇ ਤੱਕ ਪਹੁੰਚੀਆਂ ਸਨ। ਕਿਸੇ 'ਤੇ ਅੱਖਾਂ ਬੰਦ ਕਰਕੇ ਭਰੋਸਾ ਕਰਕੇ ਆਪਣੀ ਜ਼ਿੰਦਗੀ ਬਰਬਾਦ ਕਰਨਾ ਬਿਲਕੁਲ ਗਲਤ ਹੈ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।